सत श्री अकाल, स्वागत है। गौरव शुक्ला मैं हां तुहाडे नाल। इस खास पेशकश दे विच जिक्र होएगा एक 20 साल दे नौजवान दे किडनैपिंग केस दा, जिक्र होएगा कैश दा ते जिक्र होएगा कतल दा। जिहां एक परिवार दा इकलौता 20 साल दा बेटा अगवा हुंदा है, परिवार नूं फिरौती दे लई चिट्ठी मिलदी है ते बेटे नूं छड्डण दे लई 30 लाख रुपए मंगे जांदे ने। परिवार ने पैसिਆਂ ਦਾ प्रबंध भी किया पर बेटा बचिया नहीं। दिल दहला देने वाली यह पूरी घटना मुक्तसर तो सामने आई है। की है पूरा मामला अज दे इस खास पेशकश दे विच तुहानूं दस्सांगे। तो मुक्तसर साहब दे पिंड कोटपाई दे 20 साला नौजवान दा अगवाकारां ने कतल कर दिता, जिस दी लाश लंबी दे पिंड शाम खेड़ा दे खेतां दे विच दबी हुई सी, जो बरामद पुलिस ने की है। अगवाकारां ने 30 लाख रुपए की फिरौती परिवार तो मंगी सी। फिरौती नहीं दिती ता कतल, 30 लाख रुपए नहीं मिले ता कतल, अगवा करके किया गया कतल। पैसा तो दोबारा बन जाऊ पर हरमन नहीं दोबारा बनना, ये वो धमकी है जिस कारण मुक्तसर साहब दे पिंड कोटपाई दे हरमनदीप सिंह दा कतल कर दिता गया। 25 नवंबर को हरमन को अगवा किया गया। परिवार ने हर इलाके च भाल की, पुलिस ने भी 25 दिन शायद गलियां छाणियां, हर पासे लभ्या होएगा पर हरमन लभना कित्थों सी, क्योंकि उसदा तां बेरहमी नाल कतल कर दिता गया सी ते उसनूं मार के जमीन दे विच दब दिता गया सी। तुहानूं असीं ओह थां भी दिखावांगे जिथे हरमन दी लाश दबी हुई सी, पर पहलां हरमन दे घर लैके चलदे हां जिथे अज सत्थर विछे है। माहौल गमगीन है। इस परिवार दे उत्ते दुखां दा पहाड़ टुटिया है। परिवार दा दुख वंडाउण आ रहे हर शख्स दे चेहरे दे उत्ते मायूसी है। हरमन अपने मापियां दा इकलौता बेटा सी, जिसनूं अगवाकारां ने पैसिਆਂ ਦੇ ਲਈ मौत ਦੀ घाट उतार दिता। अगवाकारां ने परिवार तो एक नहीं दो नहीं सगों 30 लाख रुपए की फिरौती मंगी सी। 25 नवंबर 2022 ਨੂੰ ਹਲਕਾ ਗਿੱਦੜਬਾਹਾ ਦੇ ਕੋਟਭਾਈ ਦਾ ਇੱਕ ਨੌਜਵਾਨ ਜਿਸ ਨੂੰ ਕਿ ਅਗਵਾ ਕਰ ਲਿਆ ਜਾਂਦਾ ਹੈ ਤੇ ਪਰਿਵਾਰ ਕੋਲੋਂ 30 ਲੱਖ ਦੀ ਫਰੌਤੀ ਮੰਗੀ ਜਾਂਦੀ ਹੈ ਤੇ ਜਿਸ ਦੀ ਸ਼ਿਕਾਇਤ ਪਰਿਵਾਰ ਦੇ ਵੱਲੋਂ ਥਾਣਾ ਕੋਟਭਾਈ ਦੇ ਵਿੱਚ ਦਰਜ ਕਰਾਈ ਜਾਂਦੀ ਹੈ ਤੇ ਪੁਲਿਸ ਤੁਰੰਤ ਹਰਕਤ ਵਿੱਚ ਆਉਂਦੇ ਹੀ ਉਹਨਾਂ ਦੋਸ਼ੀਆਂ ਦੀ ਅਤੇ ਉਸ ਨੌਜਵਾਨ ਹਰਮਨ ਸਿੰਘ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੀ ਹੈ। ਭਾਵੇਂ ਫਿਰੌਤੀ ਦੀ ਇਹ ਰਕਮ ਵੱਡੀ ਸੀ ਪਰ ਪਰਿਵਾਰ ਨੇ ਹੌਸਲਾ ਨਹੀਂ ਹਾਰਿਆ। ਕਿਸੇ ਨਾ ਕਿਸੇ ਤਰੀਕੇ 30 ਲੱਖ ਰੁਪਏ ਦਾ ਪ੍ਰਬੰਧ ਵੀ ਕੀਤਾ, ਪਰ ਅਗਵਾਕਾਰਾਂ ਨੇ ਹਰਮਨ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ। ਪ੍ਰਸ਼ਾਸਨ ਇਹੀ ਹੈ, ਪ੍ਰਸ਼ਾਸਨ ਨੇ ਬਹੁਤ ਜ਼ੋਰ ਲਾਇਆ, ਬਹੁਤ ਭਾਲਣ ਦੀ ਕੋਸ਼ਿਸ਼ ਕੀਤੀ, ਪਰ ਜੋ ਨਾ ਮਤਲਬ ਜਦੋਂ ਬੱਚਾ ਅਗਵਾ ਹੋ ਗਿਆ ਤਾਂ ਗੁੰਮ ਹੋ ਗਿਆ ਤਾਂ ਪ੍ਰਸ਼ਾਸਨ ਨੇ ਬਹੁਤ ਜ਼ਿੰਮੇਵਾਰੀ ਨਾਲ ਹੀ ਕੰਮ ਨਿਭਾਇਆ, ਪਰ ਨਹੀਂ ਹੱਥ ਲਾਇਆ। ਪਰ ਅਣਹੋਣੀ ਘਟਨਾ ਹੋਈ ਜੋ ਕਿ ਬਾਅਦ ਚ ਹੁਣ ਪਤਾ ਲੱਗਿਆ ਵੀ ਬੱਚੇ ਦੀ ਘਟਨਾ ਆ ਹੋ। ਅਗਵਾਕਾਰਾਂ ਨੇ ਹਰਮਨ ਨੂੰ ਥਾਣੇ ਦੇ ਨੇੜੇ ਉਸ ਸਮੇਂ ਅਗਵਾ ਕੀਤਾ ਸੀ ਜਦੋਂ ਉਹ ਸਕੂਲ ਜਾ ਰਿਹਾ ਸੀ। ਅਗਵਾਕਾਰਾਂ ਨੇ ਪਹਿਲਾਂ ਪਰਿਵਾਰ ਨੂੰ ਫੋਨ ਦੇ ਉੱਤੇ ਧਮਕੀ ਦਿੱਤੀ ਅਤੇ ਫਿਰ ਫਿਰੌਤੀ ਦੀ ਰਕਮ ਵਾਲੀ ਧਮਕੀ ਭਰੀ ਚਿੱਠੀ ਵੀ ਭੇਜੀ। ਕਾਲ ਵੀ ਲਾਈ ਸੀ, ਪਹਿਲਾਂ ਕਾਲ ਤੋਂ ਸ਼ੁਰੂਆਤ ਹੋਈ ਸੀਗੀ। ਥਾਣੇ ਦੇ ਅੱਗੋਂ ਹੀ ਉਹਨਾਂ ਨੇ ਬੱਚੇ ਨੂੰ ਅਗਵਾ ਕੀਤਾ ਹੈ। ਥਾਣੇ ਤੋਂ ਅੱਗੋਂ ਫੋਨ ਕਰਦਾ, ਮੰਨ ਲਓ ਰਖਾਲੇ ਵਾਲੀ ਸੜਕ ਆ ਜਿਹੜੀ, ਥਾਣੇ ਕੋਲੋਂ ਫੋਨ ਸੁਣਦਾ ਸਕੂਲ ਵੱਲ ਗਿਆ। ਸਕੂਲ 'ਚੋਂ ਉਹਨਾਂ ਨੇ ਫੋਨ ਕੀਤਾ ਵੀ ਬੱਚਾ ਜਦੋਂ ਉਹਨਾਂ ਨੇ ਫੋਨ 'ਤੇ ਗੱਲ ਕੀਤੀ ਤਾਂ ਉਹ ਆਦੇ ਵੀ ਆ ਫਰੋਤੀ ਚਿੱਠੀ ਲਿਖੀ ਪਈ ਹੈ ਤੇ ਚਿੱਠੀ ਆਪ ਕੇ ਚੱਕ ਲਓ। परिवार ते दुखां दा पहाड़ टुटिया तां पूरे पिंड दे विच भी सोग दा माहौल है। वड्डी गिणती च पिंड वासी उस परिवार कोल पहुंच रहे ने जिस दा शायद सब कुछ उजड़ गया। कातलां नूं फांसी दी सज़ा दी मंग कीती जा रही है। प्रशासन तो ये मंग है जी, ਜਿਹੜੇ ਬੰਦੇ ਨੇ ਸਾਡੇ ਬੱਚੇ ਨੂੰ ਉਹ ਉਠਾਇਆ ਉਹਨੂੰ ਜੀ ਜਲਦੀ ਤੋਂ ਜਲਦੀ ਮਤਲਬ ਪਕੜ ਕੇ ਉਹਨਾਂ ਨੂੰ ਵੱਧ ਤੋਂ ਵੱਧ, ਅਸੀਂ ਤਾਂ ਕਹਿੰਦੇ ਆ ਵੀ ਫਾਂਸੀ ਤੇ ਹੀ ਚੜਾਇਆ ਜਾਏ ਕਿ ਅੱਗੇ ਨਾ ਕੋਈ ਸਾਡਾ ਤਾਂ ਬੱਚਾ ਗਿਆ, ਕਿਸੇ ਹੋਰ ਮਾਂ ਦਾ ਪੁੱਤ ਨਾ ਜਾਏ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਥਾਂ ਤੇ ਜਿੱਥੇ ਹਰਮਨਦੀਪ ਸਿੰਘ ਨੂੰ ਮਾਰ ਕੇ ਦਬ ਦਿੱਤਾ ਗਿਆ ਸੀ। ਇਹ ਹੈ ਮਲੋਟ ਦਾ ਪਿੰਡ ਸ਼ਾਮਖੇੜਾ, ਜਿੱਥੋਂ ਦੇ ਖੇਤਾਂ 'ਚ ਹਰਮਨ ਨੂੰ ਮਾਰ ਕੇ ਅਗਵਾਕਾਰਾਂ ਨੇ ਦਬ ਦਿੱਤਾ।
ਪੁਲਿਸ ਨੂੰ ਇਹ ਲਾਸ਼ ਜ਼ਮੀਨ ਦੇ ਵਿੱਚ ਦੱਬੀ ਹੋਣ ਦੀ ਇਤਲਾਹ ਮਿਲੀ। ਪੁਲਿਸ ਸਣੇ ਕਈ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ, ਜ਼ਮੀਨ ਖੁਦਵਾਈ ਗਈ ਤੇ ਬਾਹਰ ਆਈ ਹਰਮਨ ਦੀ ਲਾਸ਼। ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਇਹ ਜ਼ਮੀਨ ਹਰਮਨ ਨੂੰ ਅਗਵਾ ਕਰਨ ਵਾਲੇ ਗਿਰੋਹ ਦੇ ਹੀ ਇੱਕ ਮੈਂਬਰ ਦੀ ਹੈ। ਕੜਵੇ ਹਲਕੇ ਦਾ ਜਿੱਥੋਂ ਇੱਕ ਨੌਜਵਾਨ ਦਾ ਅਗਵਾ ਹੋਇਆ ਸੀਗਾ, ਉਹਦੀ ਜਿਹੜੀ ਅੱਜ ਡੈੱਡ ਬੋਡੀ ਹੈ ਲੰਬੀ ਹਲਕੇ ਦੇ ਪਿੰਡ ਸ਼ਾਮਖੇੜਾ ਦੇ ਵਿੱਚੋਂ ਜਿਹੜੀ ਮਿਲੀ ਹੈ। ਜਿਹੜਾ ਸਵੇਰ ਤੋਂ ਹੀ ਪੁਲਿਸ ਇੱਥੇ ਛਾਣਬੀਣ ਕਰ ਰਹੀ ਸੀਗੀ, ਉਸ ਤੋਂ ਬਾਅਦ ਜਿਹੜੇ ਡਿਊਟੀ ਮੈਜਿਸਟਰੇਟ ਹੈ, ਪੁਲਿਸ ਹੈ, ਉਹਨਾਂ ਵੱਲੋਂ ਜਿਹੜਾ ਲਿਆ ਕੇ ਹੁਣ ਇਸ ਟਾਈਮ ਜਿਹੜਾ ਇਹਦੇ ਵਿੱਚੋਂ ਜਿਹੜਾ ਡੈੱਡ ਬੋਡੀ ਆਪਣੇ ਕੱਢੀ ਗਈ। ਇਸ ਮਾਮਲੇ 'ਚ ਪੁਲਿਸ ਤੇ ਪ੍ਰਸ਼ਾਸਨ ਦੀ ਜਵਾਬਦੇਹੀ ਵੀ ਬਣਦੀ ਹੈ। ਸਵਾਲ ਉੱਠਦੇ ਨੇ ਕਿ ਆਖਿਰ 25 ਦਿਨ ਤੱਕ ਪੁਲਿਸ ਕਰਦੀ ਕੀ ਰਹੀ, ਕਿਉਂਕਿ 25 ਦਿਨ ਤੱਕ ਪੁਲਿਸ ਨੂੰ ਸ਼ਾਇਦ ਕੁਝ ਪਤਾ ਹੀ ਨਹੀਂ ਲੱਗਿਆ। ਪ੍ਰਸ਼ਾਸਨ ਨੂੰ 25 ਦਿਨ ਤੱਕ ਕੋਈ ਸੁਰਾਗ ਨਹੀਂ ਲੱਗਿਆ ਤੇ ਆਖਿਰ 25 ਦਿਨ ਬਾਅਦ ਪਰਿਵਾਰ ਦੇ ਕੋਲ ਕੁਝ ਵੀ ਨਹੀਂ। ਉਹਨਾਂ ਦਾ ਬੇਟਾ ਇਸ ਦੁਨੀਆ ਤੋਂ ਜਾ ਚੁੱਕਿਆ ਹੈ। 25 ਦਿਨ ਬਾਅਦ ਪੁਲਿਸ ਦੇ ਕੋਲ ਬਸ ਇਹੋ ਜਵਾਬ ਹੈ ਕਿ ਮੁਲਜ਼ਮ ਬਖਸ਼ੇ ਨਹੀਂ ਜਾਣਗੇ, ਕਾਰਵਾਈ ਕਰੜੀ ਕਰਾਂਗੇ। ਮੁਕਤਸਰ ਤੋਂ ਅਸ਼ਫਾਕ ਡੂਡੀ ਤੇ ਲੰਬੀ ਤੋਂ ਚੇਤਨਪੁਰਾ, ਨਿਊਜ਼ 18 ਪੰਜਾਬ। ਉਧਰ ਹਰਮਨ ਦੇ ਅਗਵਾਕਾਰਾਂ ਨੂੰ ਜੇ 30 ਲੱਖ ਰੁਪਏ ਮਿਲ ਵੀ ਜਾਂਦੇ ਤਾਂ ਵੀ ਉਹ ਆਪਣੇ ਪਰਿਵਾਰ ਨੂੰ ਜਿਉਂਦਾ ਨਾ ਮਿਲਦਾ, ਕਿਉਂਕਿ ਉਸ ਦਾ ਤਾਂ ਕਤਲ 25 ਨਵੰਬਰ ਨੂੰ ਹੀ ਕਰ ਦਿੱਤਾ ਗਿਆ ਸੀ। ਪੁਲਿਸ ਦਾਅਵਾ ਕਰ ਰਹੀ ਹੈ, ਤੁਹਾਨੂੰ ਦੱਸ ਦਈਏ ਕਿ 25 ਨਵੰਬਰ ਨੂੰ ਹੀ ਹਰਮਨ ਨੂੰ ਅਗਵਾ ਕੀਤਾ ਗਿਆ ਸੀ। ਖੇਤਾਂ 'ਚ ਦੱਬੀ ਹਰਮਨ ਦੀ ਲਾਸ਼ ਮਿਲੀ, ਪਰਿਵਾਰ 'ਚ ਵੈਣ ਪੈ ਗਏ। ਕਾਨੂੰਨ ਵਿਵਸਥਾ ਤੇ ਸਵਾਲ ਉੱਠੇ ਤਾਂ ਪੁਲਿਸ ਵੀ ਫੌਰਨ ਐਕਸ਼ਨ ਦੇ ਵਿੱਚ ਆਈ ਤੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਵੱਡੇ ਖੁਲਾਸੇ ਹੋਏ ਨੇ। ਇਸ ਕਤਲ ਕੇਸ ਦੇ ਵਿੱਚ ਵੱਡੀ ਗੱਲ ਇਹ ਰਹੀ ਕਿ ਅਗਵਾਕਾਰਾਂ ਨੂੰ ਫਿਰੌਤੀ ਦੇ 30 ਲੱਖ ਰੁਪਏ ਜੇਕਰ ਮਿਲ ਵੀ ਜਾਂਦੇ ਤਾਂ ਵੀ ਹਰਮਨ ਨਹੀਂ ਬਚਦਾ, ਕਿਉਂਕਿ ਪੁਲਿਸ ਮੁਤਾਬਕ ਅਗਵਾ ਵਾਲੇ ਦਿਨ ਯਾਨੀ ਕਿ 25 ਨਵੰਬਰ ਨੂੰ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਕੇਸ ਦੇ ਮੁੱਖ ਮੁਲਜ਼ਮ ਨਵਜੋਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਰਮਨ ਦਾ ਕਤਲ ਕਰ ਦਿੱਤਾ ਸੀ ਤੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਦੁਬਈ ਭੱਜ ਗਿਆ ਤੇ ਉੱਥੋਂ ਹੀ ਉਸਨੇ ਪਰਿਵਾਰ ਨੂੰ WhatsApp ਕਾਲ ਕਰਕੇ 30 ਲੱਖ ਰੁਪਏ ਦੀ ਫਿਰੌਤੀ ਦੇਣ ਦੇ ਲਈ ਕਿਹਾ। ਜਦੋਂ ਇਹ ਬੰਦਾ ले आते हैं इसके गुरसेवक के घर पे शामखेड़ा पिंच, तो विद इन फ्यू आवर्स ही वो है इसका ये लोग इसको मार डालते हैं, गला घोट के मोस्ट प्रॉब्ली। हालांकि पोस्टमार्टम में भी क्लियरिटी हमें और आ जाएगी, बट हम लोग सस्पेक्ट यही कर रहे हैं। तो इसमें 3-4 बंदे जड़े इन्होंने इसके ऊपर चढ़ के गला घोट के इसकी हत्या कर दी और फिर इन सब ने मिल के उसकी बॉडी वहाँ दफनाई। उसके बाद कहा, उसने प्लान बनाया कि हुण आप ਇਹਦੇ ਫਿਰੌਤੀ भी लेंगे। ਇਸ ਕੇਸ ਦੇ ਵਿੱਚ ਹੈਰਾਨੀ ਤਾਂ ਉਸ ਵੇਲੇ ਹੋਰ ਹੋਈ ਜਦੋਂ ਇਹ ਖੁਲਾਸਾ ਹੋਇਆ ਕਿ ਫਿਰੌਤੀ ਦੀ ਚਿੱਠੀ ਲਿਖਣ ਵਾਲਾ ਕੋਈ ਹੋਰ ਨਹੀਂ ਸਗੋਂ ਇੱਕ ਸਕੂਲੀ ਬੱਚਾ ਸੀ ਜਿਸ ਤੋਂ ਉਸਦੇ ਪਿਤਾ ਨੇ ਇੱਕ ਕੰਮ ਕਰਵਾਇਆ। ਕਤਲ 'ਚ ਸ਼ਾਮਲ ਇਹ ਸ਼ਖਸ ਵੀ ਹੁਣ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਹੈ। इन्वेस्टिगेशन पता चला कि ये चिट्ठी लिखने वाला और कोई नहीं, एक माइनर बच्चा है जो एक एक्यूज्ड का है। मतलब हद ये होगी कि एक्यूज अपने बच्चे का इस्तेमाल कर रहा है इस तरह के रैंसम कॉल्स या चिट्ठी लिखवाने में। ਹਰਮਨ ਨੂੰ ਕਤਲ ਕਰਨ ਦੀ ਯੋਜਨਾ ਪਹਿਲਾਂ ਹੀ ਬਣ ਗਈ ਸੀ ਤੇ ਮਾਰ ਕੇ ਕਿੱਥੇ ਉਸ ਨੂੰ ਦੱਬਣਾ ਹੈ ਉਹ ਥਾਂ ਵੀ ਪਹਿਲਾਂ ਹੀ ਤੈਅ ਕਰ ਲਈ ਗਈ ਸੀ ਤੇ ਇਸ ਕੇਸ ਦੇ ਵਿੱਚ ਗ੍ਰਿਫਤਾਰ ਗੁਰਸੇਵਕ ਸਿੰਘ ਦੇ ਖੇਤ ਦੇ ਵਿੱਚ ਖੱਡਾ ਪੁੱਟਿਆ ਗਿਆ ਸੀ ਤੇ ਜਦੋਂ ਉਸਨੇ ਖੱਡਾ ਪੁੱਟਣ ਦੀ ਵਜ੍ਹਾ ਪੁੱਛੀ ਤਾਂ ਉਸ ਨੂੰ ਇੱਥੇ ਹਥਿਆਰ ਰੱਖਣ ਦੀ ਗੱਲ ਕਹੀ ਗਈ। उसकी बॉडी उन्होंने वहाँ पे दफनाई थी। बाजार से नमक ला के नमक दे नाल उनताई था कि वो उसके बीच में गल जाएगी और इनकी प्लानिंग कुछ दिन पहले से थी। जब हमने पूछताछ की तो पता चला जड़ा गुरसेवक सिंह है जिसका खेत है उसने 4-5 दिन पहले ही गड्ढा खोद के रखा था। उससे पूछा भाई गड्ढा तुमने क्यों खोदा था भाई? तो कहता है साहब जड़ा मेन एक्यूज था उसने तो मुझे ये कहा था कि कुछ हथियार आप स्मगल कर रहे हैं, तुसी इत्थे छुपाना है, तुसी ये गड्ढा खोद के रखो। ਇਸ ਕਤਲ ਦੀਆਂ ਤਾਰਾਂ ਰਾਜਸਥਾਨ ਦੀ ਗੰਗਾ ਨਗਰ ਦੇ ਨਾਲ ਵੀ ਜੁੜਦੀਆਂ ਨੇ। ਪਰਿਵਾਰ ਨੂੰ ਇੱਕ ਟ੍ਰੇਨ ਦੇ ਵਿੱਚ ਸਵਾਰ ਹੋ ਕੇ ਇੱਕ ਥਾਂ ਤੇ ਪੈਸੇ ਰੱਖਣ ਦੇ ਲਈ ਕਿਹਾ ਗਿਆ ਸੀ। ਯੋਜਨਾ ਮੁਤਾਬਕ ਕੁਝ ਲੋਕ ਆ ਕੇ ਇਹ ਪੈਸੇ ਚੁੱਕ ਕੇ ਲੈ ਕੇ ਚਲੇ ਜਾਂਦੇ ਤੇ ਪਿੱਛੇ ਪਹਿਲਾਂ ਤੋਂ ਹੀ ਤਿਆਰ ਬੈਠੀ ਪੁਲਿਸ ਗਈ ਜਿੱਥੋਂ ਇਸ ਕਤਲ ਦੀਆਂ ਕੜੀਆਂ ਜੁੜਨੀਆਂ ਸ਼ੁਰੂ ਹੋਈਆਂ। ट्रेन बेसिकली राजस्थान की तरफ जा रही थी, गिद्दड़बा तो गंगानगर गिद्धरबा तो गंगानगर जो है
उस ट्रेन में ये लोग उन्होंने बेसिकली बताया कि आप इस ट्रेन में अब हुन बैठिए। पहले उन्होंने उनको उधर लेके रेलवे स्टेशन के पास ले गए, फिर कहते तुम थोड़ी देर वेट करो, उसके बाद कहते हुन ये ट्रेन आ रही है, तुम फला बॉगी में बैठ जाओ। फिर कहते कि आगे देखो ट्रेन स्लो हो रही है, तुम इतने पैसा छड़ के निकल जाओ। ਇਹ ਕਤਲ ਕਿਉਂ ਕੀਤਾ ਗਿਆ ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ, ਪਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ 5 ਮੁਲਜ਼ਮਾਂ ਦੇ ਵਿੱਚ ਮੁੱਖ ਮੁਲਜ਼ਮ ਨਵਜੋਤ ਦੀ ਪਤਨੀ ਵੀ ਸ਼ਾਮਲ ਹੈ ਤੇ ਇੰਤਜ਼ਾਰ ਉਸ ਘੜੀ ਦੀ ਵੀ ਹੈ ਜਦੋਂ ਨਵਜੋਤ ਨੂੰ ਦੁਬਈ ਤੋਂ ਵਾਪਸ ਲਿਆਂਦਾ ਜਾਵੇਗਾ। ਮਲੋਟ ਤੋਂ ਚੇਤਨ ਪੂਰਾ, ਮੁਕਤਸਰ ਤੋਂ ਅਸ਼ਫਾਕ ਡੋਡੀ ਦੇ ਨਾਲ ਸੂਰਜਪਾਨ, ਨਿਊਜ਼ 18 ਪੰਜਾਬ। ਤੇ ਹੁਣ ਤੁਹਾਨੂੰ ਉਹ ਚਿੱਠੀ ਬਾਰੇ ਵੀ ਦੱਸਦੇ ਹਾਂ ਜਿਸ ਦੇ ਵਿੱਚ ਅਗਵਾਕਾਰਾਂ ਨੇ 30 ਲੱਖ ਰੁਪਏ ਦੀ ਫਿਰੌਤੀ ਮੰਗੀ। ਧਮਕੀ ਭਰੀ ਚਿੱਠੀ, ਕੀ ਕਰਨਾ ਹੈ ਉਹ ਵੀ ਦੱਸਿਆ ਗਿਆ ਇਸ ਚਿੱਠੀ ਦੇ ਵਿੱਚ। ਇਹ ਉਹ ਚਿੱਠੀ ਹੈ ਜਿਸ ਦੇ ਵਿੱਚ ਅਗਵਾਕਾਰਾਂ ਨੇ ਹਰਮਨ ਦੇ ਪਰਿਵਾਰ ਨੂੰ ਧਮਕੀ ਭੇਜੀ। ਉਮੀਦ ਨਹੀਂ ਸੀ ਕਿ ਸਕੂਲੀ ਕਾਪੀ ਦੇ ਵਿੱਚ ਲਿਖੀ ਇਹ ਚਿੱਠੀ 20 ਸਾਲਾਂ ਦੇ ਨੌਜਵਾਨ ਦੇ ਕਤਲ ਦਾ ਆਧਾਰ ਬਣੇਗੀ ਤੇ ਇੱਕ ਪਰਿਵਾਰ ਤੋਂ ਉਸ ਦਾ ਇਕਲੌਤਾ ਪੁੱਤਰ ਖੋ ਲਵੇਗੀ। ਤੁਹਾਨੂੰ ਚਿੱਠੀ ਦੇ ਵਿੱਚ ਲਿਖੀ ਇੱਕ ਲਾਈਨ ਤੋਂ ਵੀ ਜਾਣੂ ਕਰਵਾਉਂਦੇ ਹਾਂ। ਪੂਰੇ 30 ਲੱਖ, ਜੇ ਤੁਸੀਂ ਪੂਰੇ 30 ਲੱਖ ਦੇਣ ਦੇ ਲਈ ਤਿਆਰ ਹੋ ਤਾਂ ਹਰੀਆਂ ਝੰਡੀਆਂ ਬੰਨ੍ਹ ਦਿਓ। ਜਿਸ ਦਿਨ ਪੈਸੇ ਤਿਆਰ ਹੋਗੇ ਉਸ ਦਿਨ ਤੁਸੀਂ ਹਰੀਆਂ ਝੰਡੀਆਂ ਲਾ ਕੇ ਦੂਜੇ ਕੱਪੜੇ ਦੀਆਂ ਝੰਡੀਆਂ ਬੰਨ੍ਹ ਦਿਓ ਆਪਣੇ ਗੇਟ ਦੇ ਕੋਲਿਆਂ ਦੇ ਉੱਪਰ। ਪੁਲਿਸ ਤਾਂ ਬਹੁਤ ਦੂਰ ਦੀ ਗੱਲ ਹੈ, ਤੁਹਾਡੇ ਆਂਢ ਗੁਆਂਢ ਦੇ ਵਿੱਚ ਵੀ ਪਤਾ ਨਹੀਂ ਲੱਗਣਾ ਚਾਹੀਦਾ। ਹੁਣ ਤੁਸੀਂ ਸੋਚ ਲਵੋ, ਪੈਸਾ ਜ਼ਰੂਰੀ ਹੈ ਜਾਂ ਤੁਹਾਡਾ ਮੁੰਡਾ। ਫੈਸਲਾ ਸੋਚ ਸਮਝ ਕੇ ਕਰਿਓ। ਸਾਨੂੰ ਪੂਰਾ 30 ਲੱਖ ਚਾਹੀਦਾ ਹੈ, ਉਹ ਵੀ 5 ਦਿਨ ਤੋਂ ਪਹਿਲਾਂ। ਕਿਸੇ ਪਿੱਛੇ ਲੱਗ ਕੇ ਤੁਹਾਨੂੰ ਪੁਲਿਸ ਕੋਲ ਜਾਣ ਦੀ ਕੋਈ ਲੋੜ ਨਹੀਂ ਹੈ। ਲੋਕ ਤੁਹਾਨੂੰ ਬਹੁਤ ਕੁਝ ਕਹਿਣਗੇ, ਤੁਹਾਡੇ ਗੇਟਾਂ ਉੱਪਰ ਲੱਗੀਆਂ ਹਰੀਆਂ ਝੰਡੀਆਂ ਹੀ ਤੁਹਾਡਾ ਮੁੰਡਾ ਬਚਾ ਸਕਦੀਆਂ ਨੇ। ਜਿਸ ਦਿਨ ਪੈਸੇ ਆਉਣ ਤੇ ਨਾਲ ਦੀ ਨਾਲ ਝੰਡੀ ਬਦਲ ਦਿਓ। ਸਿਰਫ 5 ਦਿਨਾਂ ਦਾ ਟਾਈਮ ਹੈ ਤੁਹਾਡੇ ਕੋਲ। ਉਸ ਤੋਂ ਪਹਿਲਾਂ ਪੈਸੇ ਚਾਹੀਦੇ ਨੇ। 5 ਦਿਨਾਂ 'ਚ 30 ਲੱਖ ਦਾ ਇੰਤਜ਼ਾਮ ਕਰਨਾ ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ ਹੈ। ਜੋ ਕੁਝ ਵੀ ਤੁਸੀਂ ਕਰਨਾ ਹੈ ਸੋਚ ਸਮਝ ਕੇ ਫੈਸਲਾ ਕਰਿਓ। ਤੁਹਾਨੂੰ ਪੈਸਾ ਜ਼ਰੂਰੀ ਹੈ ਜਾਂ ਮੁੰਡਾ। ਸਾਡੇ ਕੋਲ ਤੁਹਾਡਾ ਮੁੰਡਾ ਸਹੀ ਸਲਾਮਤ ਹੈ। ਪੈਸਾ ਮਿਲ ਜਾਣ ਦੇ ਅਗਲੇ ਦਿਨ ਤੁਹਾਡਾ ਮੁੰਡਾ ਤੁਹਾਡੇ ਕੋਲ ਪਹੁੰਚ ਜਾਵੇਗਾ। ਜੇ ਤੁਸੀਂ ਪੁਲਿਸ ਕੋਲ ਗਏ ਤਾਂ ਅਸੀਂ ਉਸ ਤੋਂ ਬਾਅਦ ਪੈਸੇ ਨਹੀਂ ਲੈਣੇ। ਤੁਹਾਡਾ ਮੁੰਡਾ ਮਰਿਆ ਤੁਹਾਨੂੰ ਮਿਲ ਜਾਵੇਗਾ। 30 ਲੱਖ ਦਿਨ 5। ਕਿਸੇ ਤਰ੍ਹਾਂ ਦੀ ਚਲਾਕੀ ਨਹੀਂ ਚੱਲਣੀ। ਫਿਰ ਨਾ ਕਹਿਣਾ ਕਿ ਸਾਡਾ ਮੁੰਡਾ ਬਗੈਰ ਗੱਲੋਂ ਮਾਰਿਆ ਗਿਆ। ਹੁਣ ਫੈਸਲਾ ਤੁਹਾਡੇ ਹੱਥ ਹੈ। ਪੈਸਾ ਤਾਂ ਦੁਬਾਰਾ ਬਣ ਜਾਊ ਪਰ ਹਰਮਨ ਨਹੀਂ ਦੁਬਾਰਾ ਬਣਨਾ। ਇਹ ਚਿੱਠੀ ਦਰਅਸਲ ਉਸੇ ਦਿਨ ਹਰਮਨ ਦੇ ਪਰਿਵਾਰ ਨੂੰ ਭੇਜ ਦਿੱਤੀ ਗਈ ਸੀ ਜਦ ਉਸ ਨੂੰ ਅਗਵਾ ਕੀਤਾ ਗਿਆ ਸੀ, ਯਾਨੀ 25 ਨਵੰਬਰ ਨੂੰ ਹੀ। ਮਤਲਬ ਕਰੀਬ 25-26 ਦਿਨ ਇਹ ਚਿੱਠੀ ਪੁਲਿਸ ਕੋਲ ਰਹੀ। ਇੰਨੇ ਦਿਨ ਪੰਜਾਬ ਦੀ ਬਹਾਦਰ ਪੁਲਿਸ ਨਾ ਤਾਂ ਅਗਵਾਕਾਰਾਂ ਨੂੰ ਫੜ ਸਕੀ ਤੇ ਨਾ ਹੀ ਹਰਮਨ ਦੀ ਜਾਨ ਬਚਾ ਸਕੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਜੋ ਚਿੱਠੀ ਤੁਸੀਂ ਦੇਖੀ ਉਹ ਇੱਕ ਮੁਲਜ਼ਮ ਨੇ ਆਪਣੇ ਬੱਚੇ ਤੋਂ ਲਿਖਵਾਈ ਸੀ, ਕਿਉਂਕਿ ਜਦੋਂ ਹੈਂਡਰਾਈਟਿੰਗ ਦੇਖਦੇ ਹਾਂ ਤਾਂ ਲੱਗਦਾ ਹੈ ਕਿ ਸ਼ਾਇਦ ਕਿਸੇ ਬੱਚੇ ਨੇ ਲਿਖੀ ਹੋਵੇ। ਜੀ ਹਾਂ, ਬੱਚੇ ਨੇ ਹੀ ਇਹ ਲਿਖੀ ਸੀ। ਇੱਕ ਮੁਲਜ਼ਮ ਨੇ ਆਪਣੇ ਬੱਚੇ ਤੋਂ ਇਹ ਚਿੱਠੀ ਲਿਖਵਾਉਣ ਦਾ ਕੰਮ ਕੀਤਾ। ਇਹ ਪੁਲਿਸ ਦਾਅਵਾ ਕਰ ਰਹੀ ਹੈ। ਉਧਰ ਹਰਮਨ ਦੇ ਕਤਲ ਦੇ ਨਾਲ ਪੰਜਾਬ ਦਾ ਸਿਆਸੀ ਮਾਹੌਲ ਵੀ ਭਖਿਆ ਹੈ। ਵਿਰੋਧੀ ਧਿਰਾਂ ਨੇ ਜਿੱਥੇ ਸੂਬਾ ਸਰਕਾਰ ਨੂੰ ਘੇਰਿਆ ਤਾਂ ਉੱਥੇ ਹੀ ਪਰਿਵਾਰ ਦੇ ਲਈ ਇਨਸਾਫ ਦੀ ਮੰਗ ਵੀ ਕੀਤੀ ਹੈ। ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ ਦੇ ਹਰਮਨ ਦਾ ਅਗਵਾਕਾਰਾਂ ਨੇ ਕਤਲ ਕਰ ਦਿੱਤਾ। ਇਸ ਕਤਲ ਨੂੰ ਲੈ ਕੇ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਘੇਰਿਆ। ਸਭ ਤੋਂ ਪਹਿਲਾਂ ਮੋਰਚਾ ਸੰਭਾਲਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਗੁੰਡਾ ਰਾਜ ਹੋਣ ਦੀ ਗੱਲ ਆਖੀ ਹੈ। ਦੇਖੋ, ਆਹ ਹਾਲਾਤ ਪੰਜਾਬ ਦੀ ਬਣ ਗਈ ਕਿ ਜਿਹੜੇ ਗੈਂਗਸਟਰ ਹੈ ਅਮੀਰਾਂ ਨੂੰ ਤਾਂ ਛੱਡ ਹੀ ਨਹੀਂ ਰਹੇ, ਹੁਣ ਗਰੀਬਾਂ ਮਗਰ ਵੀ ਪੈ ਗਿਆ। ਹਾਲਾਤ ਇੰਨੀ ਵਿਗੜ ਗਈ ਪੰਜਾਬ 'ਚ। ਅੱਜ ਗੁੰਡਾਗਰਦੀ ਦਾ ਰਾਜ ਆ, ਗੈਂਗਸਟਰ ਮੁੱਖ ਮੰਤਰੀ ਹੈ ਸਹੀ ਮਿਣਦੇ। ਉਹ ਰਾਜ ਕਰ ਰਿਹਾ, ਕਿਹਨੂੰ ਮਾਰਨਾ, ਕਿਹਨੂੰ ਰੱਖਣਾ, ਕਿਤੋਂ ਕੀ ਕਰਨਾ, ਕਿੱਥੋਂ ਲੁੱਟਣਾ, ਉਹ ਫੈਸਲਾ ਕਰ ਰਿਹਾ। ਪੁਲਿਸ ਤਾਂ ਨਾਕਾਮ ਹੋ ਗਈ ਹੈ। ਸੁਖਬੀਰ ਬਾਦਲ ਨੇ ਨਾ ਸਿਰਫ ਸਰਕਾਰ ਨੂੰ ਨਿਸ਼ਾਨੇ ਤੇ ਲਿਆ, ਸਗੋਂ ਪੰਜਾਬ ਦੇ ਲੋਕਾਂ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੂਬੇ ਨੂੰ ਬਚਾਉਣ ਦੇ ਲਈ ਇਕੱਠੇ ਹੋ ਕੇ ਲੜਨ ਦੀ ਅਪੀਲ ਕੀਤੀ। ਮੈਂ ਪੰਜਾਬੀਆਂ ਨੂੰ ਆਈ ਅਪੀਲ ਕਰਦਾ, ਇਕੱਠੇ ਹੋਈਏ, ਸਾਰੀਆਂ ਪਾਰਟੀਆਂ ਇਕੱਠੇ ਹੋਈਏ ਜੇ ਪੰਜਾਬ ਨੂੰ ਬਚਾਉਣਾ ਹੈ। ਇਹਦੇ 'ਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਆਹ ਏਜੰਡਾ ਪੰਜਾਬ ਨੂੰ ਬਚਾਉਣ ਦਾ ਹੈ।
ਜੇ ਸਾਰੀ ਆਪੋਜੀਸ਼ਨ ਪਾਰਟੀ ਵੀ ਇਕੱਠੀ ਹੋ ਜਾਗੇ ਤੇ ਇਸ ਸਰਕਾਰ ਨੂੰ ਨਕਾਮੀ ਨਖਿੱਧ ਨਲਾਇਕ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਪੈਣਾ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ। ਉਹਨਾਂ ਟਵੀਟ 'ਚ ਲਿਖਿਆ ਕਿ 25 ਨਵੰਬਰ ਨੂੰ ਮੇਰੇ ਹਲਕੇ ਗਿੱਦੜਬਾਹਾ ਦੇ ਪਿੰਡ ਕੋਟ ਭਾਈ ਤੋਂ ਹਰਮਨਦੀਪ ਨੂੰ ਅਗਵਾ ਕਰ ਲਿਆ ਗਿਆ। ਕਿਡਨੈਪਰਾਂ ਨੇ 30 ਲੱਖ ਰੁਪਏ ਦੀ ਮੰਗ ਕੀਤੀ। ਮਾਪਿਆਂ ਵੱਲੋਂ ਪੈਸੇ ਨਾ ਦੇ ਸਕਣ ਦੇ ਕਾਰਨ 16 ਦਸੰਬਰ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਮਾਪਿਆਂ ਤੇ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਵੇ। ਤਾਂ ਉਧਰ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਵਾਰ ਕੀਤੇ ਤੇ ਕਿਹਾ ਕਿ ਪੰਜਾਬ ਨੂੰ ਦਿੱਲੀ ਵੱਲੋਂ ਚਲਾਇਆ ਜਾ ਰਿਹਾ ਹੈ। ਇਹ ਜਿਹੜੀ ਸਰਕਾਰ ਹੈ ਇਹਦੇ ਕੰਨ ਤੇ ਕੋਈ ਜੂੰ ਨਹੀਂ ਰਿੰਗ ਰਹੀ ਔਰ ਇਹ ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣ 'ਚ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ। ਇਹ ਸਰਕਾਰ ਦਿੱਲੀ ਤੋਂ ਉਹ ਲੋਕ ਚਲਾ ਰਹੇ ਨੇ ਜਿਨ੍ਹਾਂ ਨੂੰ ਨਾ ਪੰਜਾਬ ਦਾ ਪਤਾ, ਨਾ ਪੰਜਾਬ ਦੇ ਲੋਕਾਂ ਦੀ ਤਸਵੀਰ ਦਾ ਪਤਾ, ਨਾ ਪੰਜਾਬ ਦੇ ਸੁਭਾਅ ਦਾ ਪਤਾ। ਖੈਰ ਇਸ ਮੁੱਦੇ ਤੇ ਸਿਆਸਤ ਤਾਂ ਪੂਰੀ ਪੱਕੀ ਹੋਈ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਪਰਿਵਾਰ ਨੂੰ ਕਦੋਂ ਇਨਸਾਫ ਮਿਲਦਾ ਹੈ ਤੇ ਅਜਿਹੀਆਂ ਵਾਰਦਾਤਾਂ ਤੇ ਰੋਕ ਕਦੋਂ ਲੱਗਦੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਖੈਰ ਪਰਿਵਾਰ ਦੇ ਕੋਲੋਂ 20 ਸਾਲ ਦਾ ਉਹਨਾਂ ਦਾ ਇਕਲੌਤਾ ਬੇਟਾ ਜਾ ਚੁੱਕਿਆ ਹੈ, ਇਸ ਦੁਨੀਆ ਤੋਂ ਜਾ ਚੁੱਕਿਆ ਹੈ। 30 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਜਿਸ ਤਰੀਕੇ ਦੀ ਪਲੈਨਿੰਗ ਕਰ ਰਹੇ ਸੀ, ਉਸਨੇ ਕਈ ਸਵਾਲ ਸਿਸਟਮ ਦੇ ਉੱਤੇ ਖੜੇ ਕੀਤੇ ਨੇ। ਹੁਣ ਸਵਾਲ ਇਹ ਹੈ ਕਿ ਪਰਿਵਾਰ ਨੂੰ ਇਨਸਾਫ ਕਦੋਂ ਤੇ ਕਿਵੇਂ ਮਿਲੇਗਾ। ਸਾਡੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਨਹੀਂ, ਇਸ ਮਾਮਲੇ ਨਾਲ ਜੁੜੀ ਹੋਈ ਹਰ ਇੱਕ ਅਪਡੇਟ ਨਿਊਜ਼ 18 ਪੰਜਾਬ ਤੁਹਾਡੇ ਤੱਕ ਅੱਗੇ ਵੀ ਪਹੁੰਚਾਉਂਦਾ ਰਹੇਗਾ। ਫਿਲਹਾਲ ਮੈਨੂੰ ਇਜਾਜ਼ਤ ਦਿਓ, ਧੰਨਵਾਦ।